ਦੋਸਤੋ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ, ਅੱਜ ਆਪਾਂ ਗੱਲ ਕਰਨੀ ਹੈ ਸਰਦਾਰ ਅਮਰ ਸਿੰਘ ਚਮਕੀਲਾ ਜੀ ਦੇ ਗੀਤਾਂ ਨੂੰ ਲੱਚਰ ਕਹਿ ਕੇ ਭੰਡਣ ਵਾਲਿਆਂ ਦੀ, ਕਿ ਕਿਵੇਂ ਅਮਰ ਸਿੰਘ ਚਮਕੀਲੇ ਉੱਤੇ ਲੱਚਰਤਾ ਦਾ ਟੈਗ ਲਾ ਕੇ ਬਦਨਾਮ ਕੀਤਾ ਗਿਆ, ਜਦਕਿ ਚਮਕੀਲੇ ਦੇ ਸਮਕਾਲੀ ਵੀ ਉਹੋ ਜਿਹੇ ਹੀ ਗੀਤ ਗਾ ਰਹੇ ਸੀ ਤੇ ਚਮਕੀਲੇ ਤੋਂ ਪਹਿਲਾਂ ਵੀ ਪੱਥਰ ਦੇ ਰਿਕਾਰਡਾਂ ਦੇ ਉੱਤੇ ਇਹੋ ਜਿਹੇ ਹੀ ਗੀਤ ਰਿਕਾਰਡ ਹੁੰਦੇ ਆ ਰਹੇ ਸੀ। ਆਜੋ ਅੱਜ ਇਹਨਾਂ ਬਾਰੇ ਹੀ ਗੱਲਬਾਤ ਕਰਨੀ ਹੈ। ਗੱਲਬਾਤ ਸ਼ੁਰੂ ਕਰਾਂਗੇ ਜਮਲੇ ਜੱਟ ਜੀ ਤੋਂ। ਤੁੰਬੀ ਦੀ ਸਿਰਜਣਾ ਕਰਨ ਵਾਲੇ ਲਾਲ ਚੰਦ ਜਮਲੇ ਜੱਟ ਦਾ ਕਥਨ ਸੀ, ਮੈਂ ਇੱਕ ਤਾਰ ਉੱਤੇ 7 ਸੁਰਾਂ ਜਗਾਉਣ ਦਾ ਤਜਰਬਾ ਕੀਤਾ ਸੀ, ਕਿਉਂਕਿ ਵੱਡੇ ਵੱਡੇ ਸਾਜ਼ ਚੁੱਕਣੇ ਔਖੇ ਸਨ। ਮੈਂ ਖੁਸ਼ ਹਾਂ ਕਿ ਮੈਨੂੰ ਤੁੰਬੀ ਦਾ ਜਨਮ ਦਾਤਾ ਆਖਿਆ ਜਾਂਦਾ ਹੈ। ਮੈਂ ਇਸ ਤੁੰਬੀ ਉੱਤੇ ਸਾਫ਼ ਸੁਥਰੇ ਤੇ ਸਮਾਜਿਕ ਸਿੱਖਿਆ ਵਾਲੇ ਗੀਤ ਗਾਏ ਹਨ, ਪਰ ਕੁਝ ਲੋਕ ਇਸ ਤੁੰਬੀ ਉੱਤੇ ਲੱਚਰ ਕਿਸਮ ਦੇ ਗੀਤ ਗਾ ਕੇ ਇਸ ਸਾਜ਼ ਦਾ ਗਲਤ ਇਸਤੇਮਾਲ ਕਰ ਰਹੇ ਹਨ, ਜਿਸ ਦਾ ਮੈਨੂੰ ਬਹੁਤ ਦੁੱਖ ਹੈ। ਲਾਲ ਚੰਦ ਜਮਲੇ ਜੱਟ ਜੀ ਦੇ ਇਸ ਕਥਨ ਤੇ ਮੈਂ ਆਖਣਾ ਚਾਹੁੰਦਾ ਹਾਂ, ਉਹਨਾਂ ਆਪਣੇ ਇੱਕ ਗੀਤ ਵਿੱਚ ਕੁੜੀ ਨੂੰ ਬਿਸਕੀ ਦੀ ਬੋਤਲ ਵਰਗੀ ਦੱਸ ਕੇ ਤੇ ਉਸ ਨੂੰ ਫਸਾਉਣ ਦੀ ਗੱਲ ਕਰਕੇ ਸਾਡੇ ਸਮਾਜ ਨੂੰ ਕੀ ਸਿੱਖਿਆ ਦਿੱਤੀ ਹੈ। ਜਮਲਾ ਜੱਟ ਦੇ ਮੁੰਡਿਆਂ ਨੇ ਵੀ ਕਈ ਇਤਰਾਜ਼ਯੋਗ ਗੀਤ ਗਾਏ ਹਨ, ਜਿਸ ਦੇ ਹਿਸਾਬ ਨਾਲ ਸਾਰੀ ਕੰਧ ਚੋਂ ਅਮਰਜੋਤ ਤੇ ਚਮਕੀਲੇ ਦੇ ਹਿੱਸੇ ਸਿਰਫ 4-5 ਇੱਟਾਂ ਹੀ ਆਉਣਗੀਆਂ। ਜੇ ਤੁੰਬੀ ਦੇ ਰਚੇਤਾ ਲਾਲ ਚੰਦ ਜਮਲੇ ਜੱਟ ਨੇ ਬਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈਏ, ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈਏ, ਜਦ ਜੀ ਕਰਦਾ ਮੈਂ ਡੱਟ ਖੋਲ ਕੇ ਹਾੜਾ ਪੀ ਲੈਣਾ, ਜਿਹਦੇ ਨਾਲ ਨਜ਼ਾਰਾ ਆਉਂਦਾ ਓਨੀ ਕੁ ਪਾ ਲੈਣਾ ਗਾਇਆ ਸੀ। ਤਾਂ ਉਸਦੇ ਮੁੰਡਿਆਂ ਨੇ ਇਸ ਬਿਸਕੀ ਦੀ ਬੋਤਲ ਦੀ ਸੀਲ ਤੋੜਨ ਵਾਲੇ ਗੀਤ ਵੀ ਗਾਏ ਸਨ। ਇੱਥੇ ਤੱਕ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਨਕੋਦਰ ਮੇਲੇ ਤੇ ਇੱਕ ਵਾਰ ਮੈਂ ਸੁਣਿਆ ਸੀ ਕਿ ਰਾਜ ਗਾਇਕ ਹੰਸ ਰਾਜ ਹੰਸ, ਜੋ ਪਹਿਲਾਂ ਤਾਂ ਜਮਲੇ ਜੱਟ ਦੇ ਜਸ ਗਾਉਂਦਾ ਹੁੰਦਾ ਸੀ, ਪਰ ਉਸ ਦਿਨ ਉਸਨੇ ਭਾਰੀ ਇਕੱਠ ਵਿੱਚ ਕਿਹਾ ਸੀ ਕਿ ਬਾਬਾ ਜੀ ਨੇ ਗਾਇਆ ਬਿਸਕੀ ਦੀ ਬੋਤਲ ਵਰਗੀ। ਗੀਤ ਸ਼ੁਰੂ ਕਰਕੇ ਹੰਸ ਰਾਜ ਹੰਸ ਨੇ ਆਖਿਆ ਸੀ ਕਿ ਇਸ ਤੋਂ ਅੱਗੇ ਗਾਉਣ ਨੂੰ ਮੇਰਾ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਦਿੰਦਾ। ਮੁਹੰਮਦ ਸਦੀਕ ਨੇ ਮਾਨ ਮਰਾਣਾ ਵਾਲੇ ਦੇ ਲਿਖੇ ਕਈ ਬਿਮਾਰ ਮਾਨਸਿਕਤਾ ਵਾਲੇ ਪਾਤਰ, ਜਿਵੇਂ ਅਫੀਮ ਦੀ ਤੋੜ ਦੇ ਮਾਰੇ ਅਮਲੀ ਦੇ ਲਲਕਾਰੇ ਮਾਰਦੇ ਸ਼ਰਾਬੀਆਂ ਦੇ ਗੀਤ, ਜਰਦੇ ਵਾਲੇ ਗੀਤ, ਛੜੇ ਜੇਠਾਂ ਤੇ ਲੁੱਚੇ ਦਿਓਰਾਂ ਤੇ ਹੋਰ ਬਹੁਤ ਭੜਕੀਲੇ ਤੇ ਕਾਮਕ ਕਲਕਾਰੀਆਂ ਵਾਲੇ ਗੀਤ ਗਾ ਕੇ ਸਾਹਿਤਕ ਮਾਹੌਲ ਨੂੰ ਅਮਰਜੋਤ ਤੇ ਚਮਕੀਲੇ ਦੀ ਗਾਇਕੀ ਤੋਂ ਪਹਿਲਾਂ ਹੀ ਗੰਧਲਾ ਕਰ ਦਿੱਤਾ। ਨਰਿੰਦਰ ਬੀਬਾ ਦੀ ਆਵਾਜ਼ 'ਚ ਰਿਕਾਰਡ ਧਾਰਮਿਕ ਗੀਤਾਂ ਦਾ ਲਿਖਾਰੀ ਚੰਨ ਗਰਾਇਆਂ ਵਾਲਾ ਸ਼ੁਰੂਆਤੀ ਦਿਨਾਂ 'ਚ ਆਪਣੇ ਲਿਖੇ ਕੁਝ ਗੀਤਾਂ ਰਾਹੀਂ ਸਾਨਾਂ, ਝੋਟੀਆਂ, ਕੱਟੇ, ਕੱਟੀਆਂ, ਮੱਝਾਂ, ਵੈੜਕਾਂ ਤੇ ਕੁੱਕੜਾਂ ਦਾ ਗੀਤਾਂ ਵਿੱਚ ਜ਼ਿਕਰ ਕਰਕੇ ਸਾਡੇ ਵਿਰਸੇ ਤੇ ਅਸਲੀ ਸੱਭਿਆਚਾਰ ਨਾਲੋਂ ਟੁੱਟੇ ਗੀਤ ਲਿਖ ਚੁੱਕਾ ਸੀ। ਰਹਿੰਦੀ ਸਹਿੰਦੀ ਕਸਰ ਕੇ ਦੀਪ ਨੇ ਸਟੇਜ ਤੇ ਕਾਮੇਡੀ ਰਾਹੀਂ ਹੱਦੋਂ ਵੱਧ ਲੱਚਰਤਾ ਪਰੋਸ ਕੇ ਪੂਰੀ ਕਰ ਦਿੱਤੀ ਸੀ, ਪਰ ਸਾਰਿਆਂ ਨੇ ਲੱਚਰ ਦੁਗਾਣਾ ਗਾਇਕੀ ਦਾ ਸਿਖਰ ਅਮਰਜੋਤ ਤੇ ਚਮਕੀਲੇ ਨੂੰ ਕਿਹਾ। ਭਾਵੇਂ ਇਸ ਦੌਰ ਦਾ ਮਸ਼ਹੂਰ ਗਾਇਕ ਕਰਤਾਰ ਰਮਲਾ ਵੀ ਇਸ ਵਿਰੋਧ ਵਿੱਚ ਲਪੇਟਿਆ ਗਿਆ, ਪਰ ਇਹ ਵਿਰੋਧ ਅਮਰਜੋਤ ਤੇ ਚਮਕੀਲੇ ਦੇ ਮਰਨ ਨਾਲ ਹੀ ਸ਼ਾਂਤ ਹੋਇਆ। ਅੱਤਵਾਦ ਦੇ ਦੌਰ 'ਚ ਕਈ ਕਲਾਕਾਰਾਂ ਨੇ ਰਮਲੇ ਵਿਰੁੱਧ ਵੀ ਮੁੰਡਿਆਂ ਨੂੰ ਚੁੱਕਿਆ ਸੀ। ਉਸ ਸਮੇਂ ਪੰਜਾਬੀ ਟ੍ਰਿਬਿਊਨ ਦੇ ਇੱਕ ਪੱਤਰਕਾਰ ਨੇ ਲਿਖਿਆ ਸੀ ਕਿ ਮਾਰਨਾ ਦਾ ਅਮਰਜੋਤ ਤੇ ਚਮਕੀਲੇ ਨਾਲੋਂ ਪਹਿਲਾਂ ਕਰਤਾਰ ਰਮਲੇ ਨੂੰ ਵੀ ਚਾਹੀਦਾ ਸੀ। ਇਹ ਕਿਵੇਂ ਬਚ ਗਿਆ? ਕਰਤਾਰ ਰਮਲੇ ਦੀ ਜਦੋਂ ਪੂਰੀ ਚੜ੍ਹਾਈ ਸੀ ਤਾਂ ਸਵਰਗੀ ਜਗਦੇਵ ਸਿੰਘ ਜੱਸੋਵਾਲ ਨੇ ਇੱਕ ਮੀਟਿੰਗ 'ਚ ਆਖਿਆ ਸੀ, ਜਿੰਨਾ ਚਿਰ ਤੁਸੀਂ ਕਰਤਾਰ ਰਮਲੇ ਨੂੰ ਚੁੱਪ ਨਹੀਂ ਕਰਵਾਉਂਦੇ, ਉਸਨੇ ਕਿਸੇ ਨਵੇਂ ਮੁੰਡੇ ਨੂੰ ਅੱਗੇ ਨਹੀਂ ਆਉਣ ਦੇਣਾ। ਉਸ ਸਮੇਂ ਅੱਤਵਾਦ ਦੇ ਦਿਨਾਂ 'ਚ ਗੁਰਭਜਨ ਗਿੱਲ ਤੇ ਸਵਰਗੀ ਜਗਦੇਵ ਸਿੰਘ ਜੱਸੋਵਾਲ ਨੇ ਕੁਲਦੀਪ ਪਾਰਸ ਦੀ ਕੈਸਟ ਰਨ ਕੈਂਪਾ ਕੋਲਾ ਵਰਗੀ ਰਿਲੀਜ਼ ਕੀਤੀ ਸੀ। ਉਸ ਦੌਰ ਵਿੱਚ ਭਾਵੇਂ ਚਮਕੀਲੇ ਨੇ ਕੁਝ ਇਤਰਾਜ਼ਯੋਗ ਗੀਤ ਗਾਏ ਸਨ, ਪਰ ਉਸ ਦੇ ਸਮਕਾਲੀ ਕਲਾਕਾਰਾਂ ਨੇ ਵੀ ਅਜਿਹੇ ਗੀਤ ਹੀ ਗਾਏ ਸਨ। ਡਰ ਭਾਵੇਂ ਉਸ ਸਮੇਂ ਸਾਰੇ ਕਲਾਕਾਰ ਹੀ ਗਏ ਸਨ ਤੇ ਇੱਕ ਸਮੇਂ ਦਾ ਸਾਰੇ ਕਲਾਕਾਰਾਂ ਨੇ ਬੋਰਡ ਉਤਾਰ ਲਏ ਸਨ ਤੇ ਦਫ਼ਤਰ ਵੀ ਬੰਦ ਕਰ ਲਏ ਸੀ, ਕਿਉਂਕਿ ਇੱਕ ਤਾਂ ਖਾੜਕੂ ਸਿੰਘ
ਕਲਾਕਾਰਾਂ ਕੋਲੋਂ ਪੈਸੇ ਵਸੂਲਦੇ ਤੇ ਦੂਜਾ ਧਮਕੀਆਂ ਦੇ ਕੇ ਉਹਨਾਂ ਦੀ ਰੋਜੀ ਰੋਟੀ ਤੇ ਲੱਤ ਮਾਰ ਕੇ ਜਾਨ ਮਗਰ ਹੱਥ ਧੋ ਕੇ ਪਏ ਹੋਏ ਸਨ। ਕਲਾਕਾਰ ਨਾ ਉਸ ਸਮੇਂ ਜਿਉਂਦੇ ਸੀ ਤੇ ਨਾ ਮਰੇ। ਅਮਰਜੋਤ ਤੇ ਚਮਕੀਲਾ ਵੀ ਇਸ ਮਾਹੌਲ ਤੋਂ ਬਹੁਤ ਦੁਖੀ ਸਨ। ਪਰ ਉਸ ਕਾਲੇ ਦਿਨਾਂ ਦੀ ਹਨੇਰੀ 'ਚ ਜਦੋਂ ਵੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਰਾਹੇ ਪਾਉਣ ਦੀ ਗੱਲ ਚੱਲੀ ਸੀ ਤਾਂ ਆਲੋਚਨਾਤਮਕ ਨਜ਼ਰਾਂ ਦੀ ਗਹਿਰ ਚੜ੍ਹ ਗਈ ਤੇ ਸਭ ਤੋਂ ਵੱਧ ਲੱਚਰ ਗੀਤ ਗਾਉਣ ਕਰਕੇ ਚਮਕੀਲੇ ਤੇ ਅਮਰਜੋਤ ਨੂੰ ਹੀ ਸਭ ਤੋਂ ਵੱਧ ਭੰਡਿਆ ਗਿਆ ਸੀ ਤੇ ਫਿਰ ਇੱਕ ਦਿਨ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਬਾਅਦ ਵਿੱਚ ਉਹਨਾਂ ਦੀ ਮੌਤ ਨੂੰ ਅਸ਼ਲੀਲਤਾ ਦਾ ਨਤੀਜਾ ਆਖਿਆ ਗਿਆ ਸੀ। ਅਮਰਜੋਤ ਤੇ ਚਮਕੀਲੇ ਦੀ ਮੌਤ ਵੇਲੇ ਭਾਵੇਂ ਮੈਂ ਛੋਟਾ ਸੀ, ਪਰ ਅੱਜ ਉਹਨਾਂ ਦੀਆਂ ਮੌਤ ਸਮੇਂ ਦੀਆਂ ਤਸਵੀਰਾਂ ਦੇਖਦਾ ਹਾਂ ਤੇ ਸੋਚਦਾ ਹਾਂ ਕਿ ਇਹਨਾਂ ਨੇ ਕਿਸੇ ਦਾ ਕੀ ਮਾੜਾ ਕੀਤਾ ਸੀ ਜੋ ਇਹਨਾਂ ਨੂੰ ਇੰਨੀ ਬੇਰਹਿਮੀ ਨਾਲ ਮਾਰਿਆ ਗਿਆ ਤੇ ਇੰਨੀ ਸਖਤ ਸਜ਼ਾ ਦਿੱਤੀ ਗਈ। ਚਮਕੀਲੇ ਦਾ ਗੋਲੀਆਂ ਨਾਲ ਵਿੰਨੇ ਚਿਹਰੇ ਵਾਲੀ ਫੋਟੋ ਦੇਖ ਕੇ ਅੱਜ ਇੰਜ ਲੱਗਦਾ ਜਿਵੇਂ ਉਹ ਬੰਦੇ ਮੈਸਮਪੁਰ ਪਿੰਡ 20 ਬੰਦਿਆਂ ਨੂੰ ਮਾਰਨ ਆਏ ਹੋਣ, ਪਰ ਗੋਲੀਆਂ ਕੱਲੇ ਚਮਕੀਲੇ ਦੇ ਅਮਰਜੋਤ ਉੱਪਰ ਹੀ ਚਲਾ ਗਏ ਹੋਣ। ਉਸ ਸਮੇਂ ਮਾਰਨ ਵਾਲੇ ਸਿਰਫ ਅਮਰਜੋਤ ਤੇ ਚਮਕੀਲੇ ਦੇ ਮਗਰ ਹੀ ਪਏ ਰਹੇ ਤੇ ਧਮਕੀਆਂ ਦੇ ਕੇ ਪਰੇਸ਼ਾਨ ਵੀ ਕਰਦੇ ਰਹੇ। ਲੱਚਰ ਗੀਤ ਤਾਂ ਉਸ ਸਮੇਂ ਹੋਰ ਵੀ ਗਾਇਕ ਗਾ ਰਹੇ ਸਨ, ਪਰ ਉਹਨਾਂ ਹੋਰ ਕਿਸੇ ਨੂੰ ਵੀ ਨੋਟਿਸ ਨਹੀਂ ਕੀਤਾ। ਇਹਨਾਂ ਮਾਰਨ ਵਾਲਿਆਂ ਨੂੰ ਉਦੋਂ ਕੋਈ ਪੁੱਛਣ ਵਾਲਾ ਹੋਵੇ ਕਿ ਉਸ ਸਮੇਂ ਬਾਕੀ ਸਾਰੇ ਕਲਾਕਾਰ ਕਿਹੜਾ ਕੀਰਤਨ ਕਰ ਰਹੇ ਸੀ ਜਾਂ ਸਿਰਫ ਧਾਰਮਿਕ ਗੀਤਾਂ ਦੀ ਰਿਕਾਰਡਿੰਗ ਹੀ ਕਰਵਾ ਰਹੇ ਸੀ, ਜੋ ਤੁਸੀਂ AK-47 ਅਮਰਜੋਤ ਤੇ ਚਮਕੀਲੇ ਨੂੰ ਮਾਰਨ ਲਈ ਚੁੱਕ ਲਈਆਂ। ਤੇ ਅੱਜ ਕੀ ਤੁਹਾਡੀਆਂ 47 ਨੂੰ ਜੰਗ ਲੱਗ ਗਿਆ ਹੈ, ਜਦੋਂ ਬੱਗਾ ਸਫਰੀ ਦੀਆਂ ਵੀਡੀਓ ਤੇ ਰੈਪਰ ਹਨੀ ਸਿੰਘ ਦੇ 25 ਪਿੰਡਾਂ ਵਰਗੇ ਗੀਤ YouTube ਤੇ ਲੱਖਾਂ ਨਹੀਂ ਕਰੋੜਾਂ ਲੋਕ ਦੇਖ ਚੁੱਕੇ ਹਨ, ਜਿਨ੍ਹਾਂ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਦੀ ਸੰਖਿਆ ਵਧੇਰੇ ਹੈ। ਅੱਜ ਜਦੋਂ ਕਦੇ ਵੀ ਇਸ ਗਾਇਕ ਜੋੜੀ ਦੀ ਗੱਲ ਚੱਲਦੀ ਹੈ ਤਾਂ ਕੁਝ ਆਮ ਲੋਕ ਤੇ ਕਲਾਕਾਰਾਂ ਦੇ ਮੂੰਹੋਂ ਇਹੀ ਗੱਲ ਨਿਕਲਦੀ ਹੈ ਕਿ ਇਸ ਜੋੜੀ ਨੇ ਤਾਂ ਅਸ਼ਲੀਲ ਗੀਤ ਹੀ ਗਾਏ ਸਨ, ਇਸੇ ਕਰਕੇ ਹੀ ਇਹਨਾਂ ਨੂੰ ਮਾਰਿਆ ਗਿਆ ਸੀ। ਧਾਰਮਿਕ ਗੀਤ ਤਾਂ ਇਹਨਾਂ ਨੇ ਡਰ ਦੇ ਮਾਰੇ ਧਮਕੀਆਂ ਤੋਂ ਬਚਣ ਖਾਤਰ ਗਾ ਦਿੱਤੇ ਸੀ। ਹੁਣ ਇਹ ਸਵਾਲ ਉੱਠਦਾ ਹੈ ਕਿ ਅਮਰਜੋਤ ਤੇ ਚਮਕੀਲੇ ਨਾਲ ਗਾਏ ਦੁਗਾਣੇ ਹੀ ਸਭ ਤੋਂ ਵੱਧ ਲੱਚਰ ਸਨ। ਅਖਬਾਰਾਂ ਨੇ ਕਲਾਕਾਰਾਂ ਬਾਰੇ ਛਪਦੇ ਲੇਖਾਂ ਵਿੱਚ ਸਿਰਫ ਅਮਰਜੋਤ ਤੇ ਚਮਕੀਲੇ ਦੇ ਨਾਂ ਤੇ ਫੋਟੋ ਥੱਲੇ ਹੀ ਲੱਚਰਤਾ ਦੀ ਜੈ ਜੈਕਾਰ ਕਿਉਂ ਲਿਖਿਆ? ਅਮਰਜੋਤ ਤੇ ਚਮਕੀਲੇ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੇ ਮਨ ਵਿੱਚ ਅੱਜ ਵੀ ਕਈ ਤਰ੍ਹਾਂ ਦੇ ਸਵਾਲ ਹਨ ਕਿ ਲੱਚਰ ਗੀਤ ਚਮਕੀਲੇ ਦੇ ਸਮਕਾਲੀ ਤੇ ਪਹਿਲਾਂ ਵਾਲੇ ਕਲਾਕਾਰ ਵੀ ਗਾ ਗਏ ਤੇ ਅੱਜ ਵੀ ਲੱਚਰ ਗੀਤ ਗਾਏ ਤੇ ਵੀਡੀਓ ਰਾਹੀਂ ਸਾਡੇ ਸਾਹਮਣੇ ਪੇਸ਼ ਕੀਤੇ ਜਾ ਰਹੇ ਹਨ। ਪਰ ਇਸ ਸਭ ਦਾ ਜ਼ਿੰਮੇਵਾਰ ਇਕੱਲੇ ਚਮਕੀਲੇ ਤੇ ਅਮਰਜੋਤ ਨੂੰ ਹੀ ਕਿਉਂ ਠਹਿਰਾਇਆ ਗਿਆ ਹੈ? ਉਸ ਨੇ ਤਾਂ ਕੁਝ ਇਤਰਾਜ਼ਯੋਗ ਗੀਤਾਂ ਕਰਕੇ ਮਾਫੀ ਵੀ ਮੰਗ ਲਈ ਸੀ ਕਿ ਉਹਨਾਂ ਨੂੰ ਲੱਚਰ ਗੀਤਾਂ ਕਰਕੇ ਮਾਰਿਆ ਗਿਆ ਸੀ ਜਾਂ ਉਹਨਾਂ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਮਰਵਾ ਦਿੱਤਾ ਗਿਆ ਸੀ। ਕੀ ਇਹ ਸਪਾਰੀ ਦੇ ਕੇ ਕਰਾਇਆ ਗਿਆ ਕਲਾਕਾਰਾਂ ਦਾ ਕੰਮ ਸੀ ਜਾਂ ਇਸ ਪਿੱਛੇ ਉਹਨਾਂ ਦੇ ਕਿਸੇ ਹੋਰ ਬੰਦੇ ਦਾ ਹੱਥ ਸੀ? ਕੁਝ ਲੋਕਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਚਮਕੀਲਾ ਜਦੋਂ ਪੈਸੇ ਮੰਗਣ ਵਾਲਿਆਂ ਨੂੰ ਪੈਸੇ ਦੇਣੋਂ ਹਟ ਗਿਆ ਸੀ ਤਾਂ ਉਹਨਾਂ ਉਸ ਦਾ ਕੰਮ ਕਰਵਾ ਦਿੱਤਾ। ਲੋਕ ਅੱਜ ਵੀ ਇਸ ਘਟਨਾ ਨੂੰ ਇੱਕ ਸਾਜ਼ਿਸ਼ ਹੀ ਮੰਨ ਰਹੇ ਹਨ, ਕਿਉਂਕਿ ਅਮਰਜੋਤ ਤੇ ਚਮਕੀਲੇ ਦੇ ਸਮਕਾਲੀ ਉਸ ਸਮੇਂ ਬਹੁਤ ਲੱਚਰ ਕਿਸਮ ਦੇ ਗੀਤ ਗਾ ਰਹੇ ਸਨ। ਫਿਰ ਸਵਾਲ ਉੱਠਦਾ ਹੈ ਕਿ ਉਹ ਸਾਰੇ ਕਲਾਕਾਰ ਮਾਰਨ ਵਾਲਿਆਂ ਦੇ ਹੱਥ ਕਿਵੇਂ ਬਚ ਗਏ ਜੇ ਉਹ ਮਾਰਨ ਵਾਲੇ ਲੱਚਰਤਾ ਖਤਮ ਕਰਨਾ ਚਾਹੁੰਦੇ ਸਨ। ਅਮਰਜੋਤ ਤੇ ਚਮਕੀਲੇ ਬਾਰੇ ਹਰੇਕ ਦੀ ਲੱਚਰ ਗੀਤ ਗਾਉਣ ਦੀ ਧਾਰਨਾ ਸਹੀ ਨਹੀਂ, ਕਿਉਂਕਿ ਉਸਨੇ ਆਪਣੇ ਪੰਜਾਬੀ ਸੱਭਿਆਚਾਰ ਸਮਾਜਿਕ ਰਿਸ਼ਤਿਆਂ 'ਚ ਪਰਦੇ ਪਿੱਛੇ ਜੋ ਵੀ ਦੇਖਿਆ ਸੁਣਿਆ, ਆਪਣੇ ਤੋਂ ਪਹਿਲਾਂ ਦੇ ਕਲਾਕਾਰਾਂ ਦੀ ਗਾਇਕੀ ਨੂੰ ਸੁਣਿਆ, ਉਹੀ ਲਿਖਿਆ ਤੇ ਉਹੀ ਗਾਇਆ। ਅਮਰਜੋਤ ਤੇ ਚਮਕੀਲੇ ਨੇ ਅਸ਼ਲੀਲ ਨਹੀਂ ਗਾਇਆ, ਉਹਨਾਂ ਸਮਾਜ ਨੂੰ ਸ਼ੀਸ਼ਾ ਦਿਖਾਇਆ ਜੋ ਅਸ਼ਲੀਲ ਸੀ। ਜੇ ਚਮਕੀਲੇ ਤੋਂ ਪਹਿਲਾਂ ਦੇ ਕਲਾਕਾਰ ਸਾਫ਼ ਸੁਥਰੇ ਗੀਤ ਗਾਉਂਦੇ ਤਾਂ ਚਮਕੀਲਾ ਇਹ ਕਦੇ ਨਾ ਕਹਿੰਦਾ ਆਟੇ ਵਾਂਗੂ ਗੁੰਨਤੀ ਬਗਾਨੇ ਪੁੱਤ ਨੇ। ਕੇ ਦੀਪ ਨੇ ਸਟੇਜ ਤੇ ਕਾਮੇਡੀ ਰਾਹੀਂ ਜਿੰਨੀ ਲੱਚਰਤਾ ਪਰੋਸੀ ਹੈ, ਉਨੀ ਲੱਚਰਤਾ ਅਮਰਜੋਤ ਤੇ ਚਮਕੀਲੇ ਦੇ ਹਿੱਸੇ ਨਹੀਂ ਆਈ। ਉਸ ਸਮੇਂ ਕੁਝ ਹੋਰ ਕਲਾਕਾਰ ਵੀ ਸਨ ਜੋ ਲਥੀਫੇ ਸੁਣਾ ਕੇ ਸਟੇਜ ਤੇ ਲੱਚਰ ਦਾ ਪਰੋਸੇ ਸਨ। ਇੱਕ ਕਲਾਕਾਰ ਨੇ ਤਾਂ
ਸਟੇਜ ਦੇ ਉੱਤੋਂ ਇੱਥੋਂ ਤੱਕ ਗਾ ਦਿੱਤਾ ਸੀ, ਤੇਰੀ ਤੰਗ ਪਜਾਮੀ ਵੇਖ ਕੇ ਨੀ ਮੇਰਾ ਪਾਟ ਗਿਆ ਝੱਗਾ। ਉਸ ਕਲਾਕਾਰ ਨੇ ਜਦੋਂ ਦੂਜੀ ਵਾਰ ਇਹੋ ਲਾਈਨ ਬੋਲੀ ਤਾਂ ਲੋਕਾਂ ਨੇ ਉਸ ਕਲਾਕਾਰ ਨੂੰ ਅਖਾੜੇ ਵਿੱਚੋਂ ਹੀ ਭਜਾ ਦਿੱਤਾ ਸੀ। ਇਹ ਲਾਈਨ ਸੀ, ਤੇਰੀ ਤੰਗ ਪਜਾਮੀ ਵੇਖ ਕੇ ਮੇਰਾ ਪਾਟ ਗਿਆ ਕੱਛਾ। ਜਦੋਂ ਚਮਕੀਲਾ ਹਜੇ ਜੰਮਿਆ ਵੀ ਨਹੀਂ ਸੀ, ਉਦੋਂ ਪੱਥਰ ਦੇ ਰਿਕਾਰਡਾਂ ਵਿੱਚ ਇੰਨੇ ਲੱਚਰ ਗੀਤ ਆਏ ਸੀ ਜੋ ਨਾ ਸੁਣਨ ਯੋਗ ਤੇ ਨਾ ਹੀ ਲਿਖਣ ਯੋਗ ਸਨ। ਅਜਿਹੇ ਗੀਤ ਸੁਣ ਕੇ ਮੈਂ ਅੱਜ ਸੋਚਦਾ ਹਾਂ ਕਿ ਚਮਕੀਲੇ ਤੇ ਅਮਰਜੋਤ ਨੂੰ ਉਹਨਾਂ ਬਿਨਾਂ ਕਿਸੇ ਕਸੂਰ ਤੋਂ ਐਵੇਂ ਹੀ ਮਾਰ ਦਿੱਤਾ। ਅਸਲ ਵਿੱਚ ਮਾਰਨ ਵਾਲੇ ਤਾਂ ਕੋਈ ਹੋਰ ਸਨ। ਇੱਕ ਹੋਰ ਗੱਲ ਦੱਸਣੀ ਚਾਹੁੰਦਾ ਹਾਂ ਕਿ ਕਈ ਲੋਕ ਹਰ ਅਸ਼ਲੀਲ ਗੀਤ ਨੂੰ ਸੁਣ ਕੇ ਕਹਿੰਦੇ ਹਨ ਕਿ ਇਹ ਤਾਂ ਚਮਕੀਲੇ ਅਮਰਜੋਤ ਦਾ ਗਾਇਆ ਹੋਇਆ ਹੈ। ਕੁਝ ਲੋਕ ਤਾਂ ਇਹ ਵੀ ਕਹਿੰਦੇ ਸੁਣਾਈ ਦਿੰਦੇ ਹਨ ਕਿ ਅੱਜ ਜੇਕਰ ਚਮਕੀਲਾ ਤੇ ਅਮਰਜੋਤ ਹੁੰਦੇ ਤਾਂ ਇੰਨਾ ਸ਼ਰੇਆਮ ਸੜਕਾਂ ਤੇ ਜੱਫੀਆਂ ਪਵਾ ਦੇਣੀਆਂ ਸੀ। ਪਰ ਇਹ ਉਹਨਾਂ ਲੋਕਾਂ ਦੀ ਭੁੱਲ ਹੈ, ਕਿਉਂਕਿ ਉਹਨਾਂ ਨੇ ਕਦੇ ਚਮਕੀਲੇ ਤੇ ਅਮਰਜੋਤ ਦੇ ਗੀਤਾਂ ਦਾ ਅਸਲ ਮਤਲਬ ਕੀ ਸੀ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬੱਕਰੀ ਦੇ ਥਣ ਇਸ ਗੀਤ ਦਾ ਜਦੋਂ ਵੀ ਕਦੇ ਜ਼ਿਕਰ ਹੁੰਦਾ ਹੈ ਤਾਂ ਲੋਕ ਇਸ ਗੀਤ ਕਰਕੇ ਗਾਇਕ ਚਮਕੀਲੇ ਨੂੰ ਬਦਨਾਮ ਕਰਦੇ ਹਨ। ਪਰ ਅਸਲ ਵਿੱਚ ਕੁਝ ਪੁਰਾਣੇ ਲੋਕ ਜਿਨ੍ਹਾਂ ਇਹ ਗੀਤ ਸੁਣਿਆ ਸੀ, ਉਹਨਾਂ ਨੇ ਦੱਸਿਆ ਕਿ ਇਹ ਗੀਤ ਉਸ ਕਲਾਕਾਰ ਨੇ ਗਾਇਆ ਸੀ ਜੋ ਅੱਜ ਇਸ ਦੁਨੀਆ ਵਿੱਚ ਨਹੀਂ ਹੈ। ਉਸ ਕਲਾਕਾਰ ਨੂੰ ਇਸ ਗੀਤ ਕਰਕੇ 6 ਮਹੀਨੇ ਸਜ਼ਾ ਵੀ ਹੋਈ ਸੀ ਤੇ ਸਰਕਾਰ ਨੇ ਕਿਹਾ ਸੀ ਕਿ ਜਿਸ ਕੋਲ ਵੀ ਇਹ ਗੀਤ ਹੈ ਉਹ ਸਾਡੇ ਕੋਲ ਜਮ੍ਹਾਂ ਕਰਵਾ ਦੇਵੇ। ਇੱਕ ਮਸ਼ਹੂਰ ਗੀਤਕਾਰ ਤੇ ਗਾਇਕ ਨੇ ਇਹ ਗਾਣਾ 4 ਦਹਾਕੇ ਪਹਿਲਾਂ ਉਦੋਂ ਗਾਇਆ ਸੀ ਜਦੋਂ ਉਹ ਧੰਨਾ ਸਿੰਘ ਰੰਗੀਲਾ ਨਾਲ ਸਟੇਜੀ ਪ੍ਰੋਗਰਾਮ ਕਰਨ ਜਾਂਦਾ ਸੀ। ਲੁਹਾਰਾ ਨੇੜੇ ਪਿੰਡ ਕੁੱਸਾ ਟਰਾਲੀ ਤੇ ਸਟੇਜ ਲਗਾਈ ਗਈ ਸੀ। ਧੰਨਾ ਸਿੰਘ ਰੰਗੀਲਾ ਨੇ ਕਲੀਆਂ ਗਾਈਆਂ ਸਨ, ਪਰ ਜਦੋਂ ਉਸ ਮਸ਼ਹੂਰ ਗਾਇਕ ਤੇ ਗੀਤਕਾਰ ਦੀ ਵਾਰੀ ਆਈ ਤਾਂ ਉਹ ਨੱਚਦਾ ਹੋਇਆ ਸਟੇਜ ਤੇ ਇਹ ਗੀਤ ਗਾਉਣ ਲੱਗ ਪਿਆ ਸੀ। ਇਸ ਅਖਾੜੇ ਨੂੰ ਜਿਸ ਬੰਦੇ ਨੇ ਅੱਖੀਂ ਦੇਖਿਆ ਸੀ ਉਸਨੇ ਮੈਨੂੰ ਦੱਸਿਆ, ਜਦੋਂ ਇਹ ਗੀਤ ਕਲਾਕਾਰ ਗਾ ਰਿਹਾ ਸੀ ਤੇ ਬਨੇਰਿਆਂ ਤੇ ਬੈਠੀਆਂ ਤੀਵੀਆਂ ਗੀਤ ਸੁਣ ਕੇ ਭੱਜ ਗਈਆਂ ਸਨ। ਅੱਤਵਾਦ ਵੇਲੇ ਸਭ ਤੋਂ ਵੱਧ ਧਾਰਮਿਕ ਗੀਤ ਤੇ ਦਗਾਣੇ ਜੇ ਕਿਸੇ ਕਲਾਕਾਰ ਦੇ ਚੱਲੇ ਸਨ ਤਾਂ ਉਹ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਹੀ ਸਨ। ਗੀਤਾਂ ਦੀ ਵੱਧ ਮੰਗ ਹੋਣ ਕਰਕੇ ਸਪੀਕਰ ਵਾਲੇ ਨੂੰ ਉਸ ਸਮੇਂ ਅਮਰਜੋਤ ਤੇ ਚਮਕੀਲੇ ਦੇ ਰਿਕਾਰਡ ਆਪਣੇ ਨਾਲ ਰੱਖਣੇ ਪੈਂਦੇ ਸਨ। ਉਸ ਸਮੇਂ ਜਦੋਂ ਲੱਚਰ ਗੀਤਾਂ ਵਾਲੇ ਰਿਕਾਰਡਾਂ ਦੀ ਫੜ ਸੀ ਤਾਂ ਕੁਝ ਸਪੀਕਰ ਵਾਲੇ ਇਹ ਰਿਕਾਰਡ ਲੁਕਾ ਲਏ ਸਨ। ਇਸ ਕਰਕੇ ਕੁਝ ਸਪੀਕਰ ਵਾਲਿਆਂ ਨੂੰ ਇਹੋ ਜਿਹੇ ਗੀਤ ਮੂੰਹ ਜ਼ਬਾਨੀ ਯਾਦ ਹਨ ਜੋ ਅਮਰਜੋਤ ਤੇ ਚਮਕੀਲੇ ਤੋਂ ਇਲਾਵਾ ਬਾਕੀ ਕਲਾਕਾਰਾਂ ਨੇ ਗਾਏ ਸਨ। ਸਪੀਕਰ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਰੋਜੀ ਰੋਟੀ ਖਾਤਰ ਆਪਣੇ ਵੇਲਿਆਂ 'ਚ ਅਮਰਜੋਤ ਤੇ ਚਮਕੀਲਾ ਰੱਜ ਕੇ ਸਪੀਕਰਾਂ 'ਚ ਵਜਾਇਆ ਤੇ ਅੱਜ ਦੇ ਸਮੇਂ ਮਹਿੰਗੇ ਭਾਅ 'ਚ ਇਹਨਾਂ ਦੇ ਰਿਕਾਰਡ ਵੇਚੇ। ਪਰ ਜਦੋਂ ਲੱਚਰ ਗੀਤਾਂ ਦੀ ਗੱਲ ਚੱਲੀ ਤਾਂ ਕੁਝ ਕੁ ਸਪੀਕਰ ਵਾਲਿਆਂ ਨੂੰ ਛੱਡ ਕੇ ਹਰੇਕ ਨੇ ਚਮਕੀਲੇ ਦੇ ਅਮਰਜੋਤ ਨੂੰ ਹੀ ਸਭ ਤੋਂ ਜ਼ਿਆਦਾ ਭੰਡਿਆ, ਜੋ ਇਹਨਾਂ ਸੰਗੀਤ ਨੂੰ ਪਿਆਰ ਕਰਨ ਵਾਲੇ ਸਪੀਕਰ ਵਾਲਿਆਂ ਲਈ ਬਹੁਤ ਮਾੜੀ ਗੱਲ ਹੈ, ਕਿਉਂਕਿ ਇਹਨਾਂ ਨੇ ਕਦੇ ਵੀ ਲੱਚਰ ਗੀਤਾਂ ਦੇ ਮਾਮਲੇ 'ਚ ਦੂਜੇ ਕਲਾਕਾਰਾਂ ਦਾ ਨਾਂ ਤੱਕ ਨਹੀਂ ਲਿਆ। ਇਸ ਰਚਨਾ ਵਿੱਚ ਮੈਂ ਚਮਕੀਲੇ ਤੇ ਅਮਰਜੋਤ ਦੇ ਗਾਏ ਗੀਤਾਂ ਨੂੰ ਛੱਡ ਕੇ ਉਹਨਾਂ ਕਲਾਕਾਰਾਂ ਦੇ ਰਿਕਾਰਡ ਗੀਤਾਂ ਦਾ ਜ਼ਿਕਰ ਕਰ ਰਿਹਾ ਹਾਂ ਜਿਨ੍ਹਾਂ ਨੇ ਇੰਨਾ ਅਸ਼ਲੀਲ ਗਾਇਆ ਹੈ ਕਿ ਇਹ ਗੀਤ ਸੁਣ ਕੇ ਪਤਾ ਲੱਗਦਾ ਹੈ ਅਮਰਜੋਤ ਤੇ ਚਮਕੀਲੇ ਨਾਲ ਜੋ ਵੀ ਹੋਇਆ ਉਹ ਬਹੁਤ ਮਾੜਾ ਹੋਇਆ। ਦੂਜੀ ਗਾਇਕ ਜੋੜੀ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਚਮਕੀਲੇ ਤੇ ਅਮਰਜੋਤ ਨੇ ਕੁਝ ਕੁ ਇਤਰਾਜ਼ਯੋਗ ਗੀਤਾਂ ਨੂੰ ਛੱਡ ਕੇ ਇੰਨਾ ਵੀ ਤੱਤਾ ਨਹੀਂ ਗਾਇਆ ਕਿ ਅਸੀਂ ਇਹਨਾਂ ਦੋਵਾਂ ਨੂੰ ਗੋਲੀ ਹੀ ਮਾਰ ਦਈਏ। ਉਸ ਸਮੇਂ ਸ਼ਾਇਦ ਹੀ ਕੋਈ ਗੁਰਦੁਆਰੇ ਦਾ ਗ੍ਰੰਥੀ ਹੋਵੇਗਾ ਜਿਸ ਨੇ ਅਮਰਜੋਤ ਤੇ ਚਮਕੀਲੇ ਦਾ ਧਾਰਮਿਕ ਰਿਕਾਰਡ ਨਾ ਖਰੀਦਿਆ ਹੋਵੇ। ਜੋ ਸੁਰ ਤਾਲ ਤੇ ਗਹਿਰਾਈ 'ਚ ਅਮਰਜੋਤ ਤੇ ਚਮਕੀਲਾ ਗਾ ਗਏ ਹਨ, ਉਨੀ ਗਹਿਰਾਈ 'ਚ ਮੁਹੰਮਦ ਸਦੀਕ ਤੇ ਰਣਜੀਤ ਕੌਰ ਵੀ ਨਹੀਂ ਗਾ ਸਕੇ। ਗੀਤਕਾਰੀ ਪੱਖੋਂ ਭਾਵੇਂ ਦਦਾਰ ਸੰਧੂ ਬਾਕਮਾਲ ਸੀ, ਪਰ ਉਹ ਵੀ ਚਮਕੀਲੇ ਤੇ ਅਮਰਜੋਤ ਵਾਂਗ ਇੰਨੀ ਗਹਿਰਾਈ 'ਚ ਜਾ ਕੇ ਨਹੀਂ ਗਾ ਸਕਿਆ। ਲੱਚਰਤਾ ਪੱਖੋਂ ਵੀ ਕਿਸੇ ਨੇ ਦਦਾਰ ਸੰਧੂ ਦੇ ਕੋਈ ਉਂਗਲ ਨਹੀਂ ਚੁੱਕੀ। ਉਸਦੇ ਗਾਏ ਪਤਲੇ ਸਰੀਰ ਨੂੰ ਗੋਲ ਗੰਢ ਦੇਣ ਦੀ ਗੱਲ, ਜੋੜੀ ਨੂੰ ਚੁਬਾਰੇ ਚਾੜਨ ਦੀ ਗੱਲ,
ਕੂਲੇ ਅੰਗਾਂ ਦਾ ਸਵਾਦ ਤੇ ਕਈ ਹੋਰ ਗੀਤਾਂ ਤੇ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਅਮਰਜੋਤ ਤੇ ਚਮਕੀਲੇ ਨੇ ਜਿਸ ਗ੍ਰਾਮ ਵਿੱਚ ਗਾਇਆ, ਉਸ ਨਾਲ ਉਸ ਸਮੇਂ ਦੀਆਂ ਕਈ ਧਾਕੜ ਗਾਇਕ ਜੋੜੀਆਂ ਵੀ ਪ੍ਰਭਾਵਿਤ ਹੋਈਆਂ ਸਨ। ਅਮਰਜੋਤ ਤੇ ਚਮਕੀਲੇ ਵਾਲੀ ਹਨੇਰੀ ਵਿੱਚ ਉਸ ਸਮੇਂ ਕਈ ਕਲਾਕਾਰ ਲਿਫਾਫਿਆਂ ਵਾਂਗੂ ਉੱਡ ਗਏ ਸਨ। ਇੱਕ ਸਮੇਂ ਤਾਂ ਦੋਵੇਂ ਪਤੀ ਪਤਨੀ ਪੰਜਾਬੀ ਗਾਇਕੀ ਦੇ ਉਸ ਦੌਰ ਵਿੱਚ ਪਹੁੰਚ ਗਏ ਸਨ ਤੇ ਉਸ ਸਮੇਂ ਦੀਆਂ ਕਈ ਸਮਕਾਲੀ ਗਾਇਕ ਜੋੜੀਆਂ ਇਹਨਾਂ ਲਿਹੋਂ ਲਾ ਕੇ ਵਿਹਲੀਆਂ ਕਰ ਦਿੱਤੀਆਂ ਸੀ। ਰਿਕਾਰਡਾਂ ਵਾਲੇ ਡੀਲਰ ਇਸ ਜੋੜੀ ਦੇ ਨਵੇਂ ਰਿਕਾਰਡ ਲਈ ਸੁੱਖਾਂ ਸੁੱਖਦੇ ਸਨ ਕਿ ਕਦੋਂ ਇਹਨਾਂ ਦਾ ਨਵਾਂ ਰਿਕਾਰਡ ਮਾਰਕੀਟ ਵਿੱਚ ਆਵੇ ਤੇ ਅਸੀਂ ਕਮਾਈ ਕਰੀਏ। ਜੋ ਕਲਾਕਾਰ ਵਿਹਲੇ ਹੋ ਗਏ ਸਨ, ਉਹਨਾਂ ਅਮਰਜੋਤ ਤੇ ਚਮਕੀਲੇ ਦਾ ਵਿਰੋਧ ਵੀ ਕੀਤਾ ਸੀ ਤੇ ਉਹਨਾਂ ਦੇ ਆਲੋਚਕ ਬਣ ਗਏ ਸਨ। ਸੂਝਵਾਨ ਬੰਦਿਆਂ ਦੀ ਕਮੀ ਹੋਣ ਕਰਕੇ ਇਸ ਗਾਇਕ ਜੋੜੀ ਨੇ ਲਗਾਤਾਰ ਅਜਿਹੇ ਗੀਤ ਹੀ ਗਾਏ ਜੋ ਕੰਪਨੀ ਦੀ ਮੰਗ ਸੀ ਤੇ ਜਿਸ ਤੋਂ ਉਹ ਕਮਾਈ ਕਰ ਸਕਦੀ ਸੀ। ਜਦੋਂ ਉਹ ਚੰਗੇ ਗੀਤ ਗਾ ਕੇ ਲੱਚਰਤਾ ਦਾ ਧੱਬਾ ਲਾਉਣ ਲੱਗ ਪਏ ਸਨ ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ। ਅਮਰਜੋਤ ਤੇ ਅਮਰ ਸਿੰਘ ਚਮਕੀਲਾ ਦੀ ਉਸ ਸਮੇਂ ਚੜ੍ਹਾਈ ਸੀ, ਇਸ ਕਰਕੇ ਇਹਨਾਂ ਨੂੰ ਪਾਸੇ ਹਟਾਉਣ ਲਈ ਐਵੇਂ ਬਦਨਾਮ ਹੀ ਕੀਤਾ ਗਿਆ ਸੀ। ਜੋ ਵੀ ਉਸ ਸਮੇਂ ਮਸ਼ਹੂਰ ਸੀ, ਚਾਹੇ ਉਹ ਪੰਜਾਬੀ ਫਿਲਮ ਅਦਾਕਾਰ ਵਰਿੰਦਰ, ਗਾਇਕ ਜੋੜੀ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਤੇ ਟੀਵੀ ਸੀਰੀਜ਼ ਦਾ ਗੁਲਸ਼ਨ ਕੁਮਾਰ, ਇਹ ਇੱਕ ਗਹਿਰੀ ਸਾਜ਼ਿਸ਼ ਦਾ ਸ਼ਿਕਾਰ ਹੋਏ ਸਨ। ਕਸੂਰ ਸਿਰਫ ਇਹਨਾਂ ਦਾ ਇਹੋ ਸੀ ਕਿ ਇਹਨਾਂ ਦੀ ਚੜ੍ਹਾਈ ਜ਼ਿਆਦਾ ਹੋ ਗਈ ਸੀ ਜੋ ਸਮਕਾਲੀਆਂ ਕੋਲੋਂ ਜਰੀ ਨਹੀਂ ਗਈ। ਮੈਂ ਇਸ ਕਿਤਾਬ ਵਿੱਚ ਲੱਚਰ ਗੀਤਾਂ ਦਾ ਜ਼ਿਕਰ ਕਰਨ ਲਈ ਪਾਠਕਾਂ ਕੋਲੋਂ ਮਾਫੀ ਮੰਗਦਾ ਹਾਂ, ਪਰ ਮੈਨੂੰ ਇਹ ਗੀਤ ਇਸ ਕਰਕੇ ਛਾਪਣੇ ਪਏ ਤਾਂ ਕਿ ਚਮਕੀਲੇ ਤੇ ਅਮਰਜੋਤ ਨੂੰ ਬਦਨਾਮ ਕਰਨ ਵਾਲੇ ਤੇ ਮਾਰਨ ਵਾਲੇ ਉਹਨਾਂ ਦੇ ਵਿਰੋਧੀ ਪਹਿਲਾਂ ਇਹ ਗੀਤ ਸੁਣਨ ਤੇ ਫਿਰ ਦੱਸਣ ਕਿ ਸਿਰਫ ਅਮਰਜੋਤ ਤੇ ਚਮਕੀਲੇ ਨੂੰ ਮਾਰ ਕੇ ਉਹਨਾਂ ਲੱਚਰ ਗੀਤ ਬੰਦ ਕਰਵਾ ਲਏ। ਚਮਕੀਲੇ ਤੋਂ ਪਹਿਲਾਂ ਲਾਖ ਦੇ ਰਿਕਾਰਡ 'ਚ ਵੀ ਤੱਤੇ ਗੀਤ ਰਿਕਾਰਡ ਹੋਏ ਸਨ। ਇਸ ਕਰਕੇ ਹੋ ਸਕਦਾ ਹੈ ਉਸਨੇ ਗਾਇਕੀ ਦੀ ਸ਼ੁਰੂਆਤ ਦਿਨਾਂ ਵਿੱਚ ਉਹ ਗੀਤ ਸੁਣੇ ਹੋਣ ਤੇ ਕੁਝ ਗੀਤ ਅਜਿਹੇ ਲਿਖ ਕੇ ਤੇ ਗਾ ਦਿੱਤੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਿਰਫ ਚਮਕੀਲੇ ਦੇ ਅਮਰਜੋਤ ਨੂੰ ਹੀ ਲੱਚਰ ਗੀਤਾਂ ਕਰਕੇ ਭੰਡੀ ਜਾਈਏ। ਇੱਕ ਗਾਇਕਾਂ ਨੂੰ ਗੋਲੀ ਮਾਰਨੀ ਹੋਰ ਵੀ ਨਿੰਦਣਯੋਗ ਘਟਨਾ ਸੀ। ਦੋ ਅਰਥੀ ਗਾਇਕੀ ਦਾ ਮੈਂ ਬਹੁਤ ਵਿਰੋਧ ਕਰਦਾ ਹਾਂ। ਇਸ ਕਰਕੇ ਇਸ ਗਾਇਕ ਜੋੜੀ ਨੂੰ ਲੱਚਰ ਗੀਤਾਂ ਕਰਕੇ ਸੋਧਣ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਹਾਡਾ ਮਕਸਦ ਲੱਚਰ ਗਾਇਕੀ ਖਤਮ ਕਰਨਾ ਸੀ ਤਾਂ ਅੱਜ ਤੁਹਾਡੀਆਂ AK-47 ਕਿੱਥੇ ਹਨ ਕਿ ਅੱਜ ਉਹਨਾਂ ਨੂੰ ਜੰਗ ਲੱਗ ਗਿਆ ਹੈ, ਜਾਂ ਇਹ ਸਿਰਫ ਅਮਰਜੋਤ ਤੇ ਚਮਕੀਲੇ ਨੂੰ ਮਾਰਨ ਲਈ ਹੀ ਬਣੀਆਂ ਸਨ। ਅੱਜ ਤਾਂ ਉਸ ਸਮੇਂ ਨਾਲੋਂ ਵੱਧ ਲੱਚਰਤਾ ਪਰੋਸੀ ਜਾ ਰਹੀ ਹੈ ਤੇ ਇਹ ਹੱਦਾਂ ਬੰਨੇ ਟੱਪ ਕੇ ਮੋਬਾਈਲ ਤੇ ਟੀਵੀ ਰਾਹੀਂ ਘਰ ਘਰ ਪਹੁੰਚ ਚੁੱਕੀ ਹੈ। ਅੱਜ ਅਸੀਂ ਸਭ ਕੁਝ ਮੋਬਾਈਲ ਤੇ ਆਪਣੇ ਨਾਲ ਹੀ ਲਈ ਫਿਰਦੇ ਹਾਂ। ਇੰਟਰਨੈਟ ਤੇ ਅਸ਼ਲੀਲ ਫਿਲਮਾਂ ਦੀ ਪੂਰੀ ਭਰਮਾਰ ਹੈ ਜੋ ਅੱਜ ਦੀ ਨੌਜਵਾਨ ਪੀੜ੍ਹੀ ਤੋਂ ਲੁਕੀਆਂ ਨਹੀਂ ਹਨ। ਅੱਜ ਜ਼ਬਰ ਜਨਾਹ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਦਾ ਕਾਰਨ ਇਹ ਇੰਟਰਨੈਟ ਤੇ ਦਿਖਾਈ ਜਾ ਰਹੀ ਅਸ਼ਲੀਲ ਸਮੱਗਰੀ ਹੀ ਹੈ। ਬਹੁਤ ਬਹੁਤ ਧੰਨਵਾਦ ਦੋਸਤੋ, ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ, ਅੱਗੇ ਨਿਚੋੜ ਤੁਸੀਂ ਕੱਢਣਾ ਹੈ। ਧੰਨਵਾਦ ਜੀ ਦੋਸਤੋ। ਇਹ ਸਾਰੀ ਜਾਣਕਾਰੀ ਮੈਂ ਆਪਣੇ ਵੱਡੇ ਭਾਈ ਸ਼ਮਸ਼ੇਰ ਸਿੰਘ ਸੋਹੀ ਦੀ ਕਿਤਾਬ ਅਮਰਜੋਤ ਦੇ ਆਖਰੀ ਬੋਲ ਵਿੱਚੋਂ ਲਈ ਹੈ। ਬਾਈ ਜੀ ਇੱਥੇ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਮਾਰਕੀਟ ਦੇ ਵਿੱਚ ਅਮਰ ਸਿੰਘ ਚਮਕੀਲਾ ਜੀ ਦੀ ਜ਼ਿੰਦਗੀ ਦੇ ਆਧਾਰਿਤ 2 ਕਿਤਾਬਾਂ ਆਈਆਂ ਜੀ। ਪਹਿਲੀ ਦਾ ਨਾਮ ਹੈ ਆਵਾਜ਼ਾਂ ਅਮਰ ਰਹਿਣਗੀਆਂ ਤੇ ਦੂਜੀ ਹੈਗੀ ਹੈ ਜੀ ਪੰਜਾਬੀ ਸੱਭਿਆਚਾਰ ਦੇ ਅਨਮੋਲ ਰਤਨ। ਇਹ ਦੋਵੇਂ ਕਿਤਾਬਾਂ ਮੇਰੇ ਵੱਡੇ ਭਾਈ ਸ਼ਮਸ਼ੇਰ ਸਿੰਘ ਸੋਹੀ ਜੀ ਨੇ ਲਿਖੀਆਂ, ਜਿਨ੍ਹਾਂ ਦੀ ਕਿ ਪਹਿਲੀ ਕਿਤਾਬ ਅਮਰਜੋਤ ਦੇ ਆਖਰੀ ਬੋਲ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ। ਬਾਈ ਜੀ ਦਾ ਨੰਬਰ ਥੱਲੇ ਡਿਸਪਲੇ ਹੋ ਰਿਹਾ ਜੀ, ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਆਪਣਾ ਐਡਰੈਸ ਇਹਨਾਂ ਨੂੰ ਭੇਜ ਕੇ ਕਿਤਾਬਾਂ ਆਪਣੇ ਘਰੇ ਮੰਗਵਾ ਸਕਦੇ ਹੋ।